ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਇਸ ਵੇਲੇ ਖਬਰ ਆ ਰਹੀ ਹੈ ਕਿ ਪੁਲਿਸ ਨੇ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਅੰਮ੍ਰਿਤਸਰ ਹਵਾਈ ਅੱਡੇ ਉੱਤੇ ਰੋਕ ਲਿਆ ਸੀ ਤੇ ਉਸ ਨੂੰ ਲੰਡਨ ਨਹੀਂ ਜਾਣ ਦਿੱਤਾ। ਜਾਣਕਾਰੀ ਅਨੁਸਾਰ ਕਿਰਨਦੀਪ ਕੌਰ ਦੁਪਹਿਰ ਦੀ ਫਲਾਈਟ ਵਿੱਚ ਲੰਡਨ ਲਈ ਰਵਾਨਾ ਹੋਣ ਵਾਲੀ ਸੀ, ਪਰ ਉਸ ਨੂੰ ਰੋਕ ਲਿਆ ਗਿਆ। ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਜਦੋਂ ਲੰਡਨ ਜਾ ਰਹੀ ਸੀ ਤਾਂ ਅੰਮ੍ਰਿਤਸਰ ਹਵਾਈ ਅੱਡੇ ਉੱਤੇ ਪੁੱਜੀ ਤਾਂ ਇਮੀਗ੍ਰੇਸ਼ਨ ਵਿਭਾਗ ਨੇ ਉਸ ਨੂੰ ਰੋਕ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ। ਇਸ ਮਗਰੋਂ ਤਕਰੀਬਨ 3 ਘੰਟੇ ਉਸ ਕੋਲੋਂ ਪੁੱਛਗਿੱਛ ਕੀਤੀ ਗਈ ਤੇ ਵਾਪਸ ਅੰਮ੍ਰਿਤਪਾਲ ਸਿੰਘ ਦੇ ਪਿੰਡ ਜੱਲੂਪੁਰ ਖੇੜਾ ਭੇਜ ਦਿੱਤਾ ਗਿਆ। ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਯੂਕੇ ਦੀ ਵਸਨੀਕ ਹੈ ਤੇ ਉਹ ਇੱਥੇ ਵੀਜ਼ੇ ਤੇ ਆਈ ਹੋਈ ਹੈ। ਇਸ ਤੋਂ ਪਹਿਲਾਂ ਕਿਰਨਦੀਪ ਕੌਰ ਜਾਣਕਾਰੀ ਦੇ ਚੁੱਕੀ ਹੈ ਕਿ ਉਹ 180 ਦਿਨਾਂ ਦੇ ਲਈ ਭਾਰਤ ਦੇ ਵਿੱਚ ਹੈ ਤੇ ਉਸ ਨੂੰ ਇੱਕ ਵਾਰ ਲੰਡਨ ਦੁਬਾਰਾ ਜਾਣਾ ਪਵੇਗਾ। ਉਸ ਤੋਂ ਬਾਅਦ ਉਹ ਵਾਪਸ ਭਾਰਤ ਆਵੇਗੀ। ਫਿਲਹਾਲ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਨੂੰ ਕਿਉਂ ਰੋਕਿਆ ਗਿਆ ਤੇ ਉਸ ਤੋਂ ਕੀ ਪੁੱਛਗਿੱਛ ਕੀਤੀ ਗਈ ਹੈ, ਇਹ ਜਾਂਚ ਦਾ ਵਿਸ਼ਾ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਕ ਪੁੱਛਗਿੱਛ ਦੇ ਵਿੱਚ ਕਿਰਨਦੀਪ ਕੌਰ ਨੂੰ ਖਾਸ ਹਦਾਇਤ ਕੀਤੀ ਗਈ ਹੈ ਕਿ ਉਹ ਬਿਨਾਂ ਪੁਲਿਸ ਨੂੰ ਦੱਸੇ ਹੋਏ ਆਪਣੇ ਘਰ ਅਤੇ ਆਪਣੇ ਪਿੰਡ ਤੋਂ ਬਾਹਰ ਹੀ ਨਹੀਂ ਜਾ ਸਕਦੀ। ਫਿਲਹਾਲ ਇਸ ਸਾਰੇ ਮਾਮਲੇ ਦੇ ਉੱਤੇ ਸਮਾਜ ਸੇਵੀ ਮਨਦੀਪ ਸਿੰਘ ਮੰਨਾ ਵੀ ਵੀਡੀਓ ਰਾਹੀਂ ਸਾਹਮਣੇ ਆਏ ਨੇ। ਉਹਨਾਂ ਨੇ ਬਹੁਤ ਕੁਝ ਸਵਾਲ ਜਿਹੜੇ ਨੇ ਉਹ ਪ੍ਰਸ਼ਾਸਨ ਸਰਕਾਰ ਦੇ ਖਿਲਾਫ ਖੜੇ ਕੀਤੇ ਨੇ। ਆਓ ਤੁਹਾਨੂੰ ਸੁਣਾ ਦਿੰਦੇ ਹਾਂ ਕਿ ਇਸ ਸਾਰੇ ਮਸਲੇ ਤੇ ਮਨਦੀਪ ਸਿੰਘ ਮੰਨਾ ਕੀ ਕਹਿ ਰਹੇ ਨੇ। ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਕਿਰਨਦੀਪ ਕੌਰ ਨੂੰ ਜਦੋਂ ਡਿਟੇਨ ਕੀਤਾ ਜਾਂਦਾ ਹੈ, ਉਸ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਜਾਂਦਾ ਹੈ, ਉਸ ਵੇਲੇ ਹੀ ਮੌਕੇ ਤੇ ਕਿਰਨਦੀਪ ਕੌਰ ਤੇ ਅੰਮ੍ਰਿਤਪਾਲ ਸਿੰਘ ਦੇ ਸਮਰਥਕ ਵੀ ਉੱਥੇ ਪਹੁੰਚਦੇ ਨੇ। ਆਓ ਪਹਿਲਾਂ ਉਸ ਗੱਲਾਂ ਸੁਣਾ ਦਿੰਦੇ ਹਾਂ ਜੋ ਉਹਨਾਂ ਦੇ ਸਮਰਥਕਾਂ ਨੇ ਦੱਸੀਆਂ ਨੇ। ਕੀ ਦੋਸ਼ ਹੈਗਾ ਵਾ? ਕੋਈ ਦੋਸ਼ ਹੈਗਾ? ਤੁਸੀਂ ਵੀ ਮੀਡੀਆ ਵਾਲੇ ਹੋ, ਦੇਖੋ ਇਹੀ ਮੀਡੀਆ ਤੁਹਾਡਾ ਜਦੋਂ ਭਾਈ ਸਾਹਿਬ ਵਹੀਰ ਲੈ ਕੇ ਚੱਲਦੇ ਸੀ, ਪੁਲਿਸ ਵੀ ਨਾਲ ਹੁੰਦੀ ਸੀ, ਮੀਡੀਆ ਵੀ ਨਾਲ ਹੁੰਦਾ ਸੀ। ਅੱਜ ਉਹ ਕਿੱਡਾ ਵੱਡਾ ਦੇਸ਼ ਧਰੋਹੀ ਦਾ ਉਸ ਬੰਦੇ ਤੇ ਧੱਬਾ ਲੱਗ ਚੁੱਕਾ ਵਾ, ਤੇ ਕੀ ਉਸ ਬੱਚੀ ਦੀ ਕੀ ਗਲਤੀ ਹੈਗੀ ਆ? ਦੇਖੋ ਉਹਨਾਂ ਨੂੰ ਕਿਉਂ ਰੋਕਿਆ ਜਾ ਰਿਹਾ ਜੀ? ਅਸੀਂ ਖੁਦ ਇਸ ਚੀਜ਼ ਤੋਂ ਸ਼ਰਮ ਆਉਣੀ ਚਾਹੀਦੀ ਸਰਕਾਰ ਨੂੰ। ਉਸ ਬੱਚੀ ਦੀ ਕੀ ਗਲਤੀ ਹੈਗੀ ਆ? ਉਹਨੂੰ ਕਿਉਂ ਰੋਕਿਆ ਗਿਆ? ਤੁਹਾਡੇ ਕੀ ਲੱਗਦੇ ਜੀ? ਅਸੀਂ ਵੇਖੋ ਜੀ, ਅਸੀਂ ਭਾਈ ਸਾਹਿਬ ਨੂੰ ਅਸੀਂ ਜਦੋਂ ਵੇਖੋ ਅਸੀਂ ਦਗਾ ਦੇਣ ਵਾਲੇ ਲੋਕ ਨਹੀਂ ਹੈਗੇ। ਅਸੀਂ ਜਦੋਂ ਉੱਥੇ ਅਮਲੀ ਬੱਚੇ ਛੱਡ ਕੇ ਆਉਂਦੇ ਸੀ ਨਾ, ਅੱਜ ਉਸ ਪਰਿਵਾਰ ਦੇ ਨਾਲ ਮੁਸੀਬਤ ਆਈ ਹੈ ਤੇ ਅੱਜ ਅਸੀਂ ਉਹਨਾਂ ਦੇ ਨਾਲ ਬਿਲਕੁਲ ਖੜੇ ਹੈਗੇ ਆ। ਸਾਨੂੰ ਆਪਣੀ ਜਾਨ ਵੀ ਦੇਣੀ ਪਊਗੀ ਤੇ ਅਸੀਂ ਉਸ ਪਰਿਵਾਰ ਦੇ ਨਾਲ ਹੈਗੇ ਆ, ਠੀਕ ਹੈ? ਕਿਉਂਕਿ ਅਸੀਂ ਭਾਈ ਅੰਮ੍ਰਿਤਪਾਲ ਦੇ ਸਮਰਥਕ ਆ। ਅਸੀਂ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਅੰਮ੍ਰਿਤ ਛਕਿਆ, ਪਲੱਸ ਕਿ ਅਸੀਂ ਉੱਥੇ ਜਿੰਨੇ ਵੀ ਬੱਚੇ ਛੱਡ ਕੇ ਆਏ ਆ ਉਹਨਾਂ ਨੇ ਨਸ਼ੇ ਛੱਡੇ ਆ। ਇਸ ਕਰਕੇ ਅਸੀਂ ਤੁਹਾਡੀ ਕੋਈ ਗੱਲਬਾਤ ਹੋਈ ਹੈ ਕਿਰਨਦੀਪ ਕੌਰ ਨਾਲ? ਨਹੀਂ, ਸਾਡੀ ਕਿਰਨਦੀਪ ਨਾਲ ਕੋਈ ਗੱਲ ਨਹੀਂ ਹੋਈ। ਤੁਹਾਨੂੰ ਕਿੱਦਾਂ ਪਤਾ ਲੱਗਾ ਕਿੱਥੇ ਰੁਕਿਆ ਗਿਆ? ਕਿਉਂਕਿ ਨਿਊਜ਼ ਤੇ ਅਸੀਂ ਪੜਿਆ ਹੁਣੇ ਹੀ। ਤੇ ਉਹਨਾਂ ਦੇ ਫਾਦਰ ਜਾਂ ਮਦਰ ਦੇ ਨਾਲ ਗੱਲਬਾਤ ਹੋਈ ਕੋਈ? ਨਹੀਂ, ਹੁਣ ਅਸੀਂ ਮਿਲਦੇ ਆ ਇੱਥੇ, ਉਹਨਾਂ ਨੂੰ ਆਏ ਹੋਏ ਨੇ। ਨਹੀਂ, ਕਿਰਨਦੀਪ ਨੂੰ ਕੌਣ ਛੱਡਣ ਆਇਆ ਸੀ ਇੱਥੇ? ਮੇਰੇ ਖਿਆਲ ਭਾਈ ਸਾਹਿਬ ਦੇ ਫਾਦਰ ਤੇ ਜਾਂ ਚਾਚਾ ਹੀ ਆਏ ਆ। ਸ਼ੋ ਛੱਡਣ ਆਇਆ? ਹਾਂਜੀ ਹਾਂਜੀ ਕੋਈ ਹਾਂਜੀ। ਫੋਨ ਤੇ ਤੁਹਾਡੀ ਗੱਲਬਾਤ ਹੋਈ ਹੈ? ਨਹੀਂ, ਸਾਡੀ ਕੋਈ ਨਹੀਂ ਗੱਲ ਹੋਈ, ਜਸਟ ਆਪਾਂ ਨਿਊਜ਼ ਤੋਂ ਵੇਖ ਕੇ ਤੇ ਫੇਰ ਆਏ ਆ। ਜਿਹੜੀ ਫਲੈਟ ਤੋਂ ਜਾਣਾ ਉਹ ਤੇ ਫਲੈਟ ਮਿਸ ਹੋ ਗਈ ਆ, ਮਿਸ ਹੋ ਗਈ। ਹਾਂਜੀ, ਕੀ ਲੱਗਦੇ ਜੀ? ਅਸੀਂ ਸਮਰਥਕ ਆ ਭਾਈ ਸਾਹਿਬ ਦੇ। ਹਾਂਜੀ ਹਾਂਜੀ। ਕਿੰਨੇ ਜਣੇ ਛੱਡਣ ਵਾਸਤੇ ਆਏ ਸੀ ਉਹਨਾਂ ਨੂੰ? ਛੱਡਣ ਵਾਲੇ ਤੇ ਜੋ ਸਾਨੂੰ ਜਿੰਨਾ ਕਿ ਜਾਣਕਾਰੀ ਆਈ ਹੈ ਕਿ 2 ਹੀ ਮੈਂਬਰ ਆਏ ਹੋਏ ਆ। ਜਿਹੜੇ ਡਿਟੇਨ ਕਰ ਦਿੱਤਾ ਵਾ ਪੁਲਿਸ ਨੇ। ਪਰ ਵੇਖੋ ਕਿੰਨੀ ਸ਼ਰਮ ਦੀ ਗੱਲ ਆ। ਤੁਸੀਂ ਕਿੰਨੇ ਜਣੇ ਇੱਥੇ ਆਏ ਜੇ ਸਮਰਥਨ ਦੇ ਵਿੱਚ? ਅਸੀਂ ਆਉਂਦੇ ਪਈ, ਸੰਗਤ ਹੋਰ ਵੀ ਆਉਂਦੇ ਪਏ ਆ, ਆਉਂਦੇ ਪਏ ਹੋਰ ਕੀ ਵੀ। ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰੋਗੇ ਤੁਹਾਡੇ ਵੱਲੋਂ? ਨਹੀਂ, ਕਰਾਂਗੇ ਕਿ ਗਲਤ ਗੱਲ ਆ, ਵੇਖੋ ਬਹੁਤ ਜ਼ਿਆਦਾ ਗਲਤ ਗੱਲ ਹੈ, ਅਸੀਂ ਕਰਾਂਗੇ। ਹਾਂਜੀ ਕਰਾਂਗੇ। ਹਾਂਜੀ ਜਦੋਂ ਆਏ ਸੀ ਇਹਨਾਂ ਦੀ ਮਿਸੀ ਜਦੋਂ ਪਹੁੰਚੀ ਸੀ ਇੱਥੇ ਤਾਂ ਪੁਲਿਸ ਵੱਲੋਂ ਕਿਹਾ ਜਾ ਰਿਹਾ ਸੀ ਪਹਿਲਾਂ ਮਿਲੇ ਸੀ ਤੁਸੀਂ? ਨਹੀਂ, ਅਸੀਂ ਜਾਂਦੇ ਹੀ ਭਾਈ ਸਾਹਿਬ ਦੇ। ਹਾਂ, ਕਿਸ ਤਰ੍ਹਾਂ ਆ ਗਏ ਇੱਥੇ ਤੱਕ? ਕਿਹਾ ਜਾ ਰਿਹਾ ਸੀ ਕਿ ਪਹਿਲੇ ਨਜ਼ਰਬੰਦ ਕੀਤਾ ਹੋਇਆ ਸੀ, ਧਿਆਨ ਪੂਰਾ। ਨਹੀਂ 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 ਨਹੀਂ, ਕੋਈ ਨਜ਼ਰਬੰਦ ਨਹੀਂ। ਉਹਨਾਂ ਨੂੰ ਕਲੀਨ ਚਿੱਟ ਮਿਲੀ ਹੈ ਘਰ ਦੇ ਵਿੱਚ। ਤੁਹਾਨੂੰ ਮੀਡੀਆ ਨੂੰ ਵੀ ਪਤਾ, ਉਹਨਾਂ ਦੇ ਘਰੋਂ ਫਸਟ ਡੇ ਜਿੱਦਣ ਹੋਈ ਆ, ਤਲਾਸ਼ੀ ਹੋਈ ਆ, ਪੁਲਿਸ ਨੇ ਆਪ ਉਹਨਾਂ ਨੂੰ ਕਲੀਨ ਚਿੱਟ ਦੇ ਕੇ ਆਏ ਆ। ਕੋਈ ਉਹਨਾਂ ਦੇ ਕੋਈ ਪਰਚਾ ਨਹੀਂ, ਕੁਛ ਨਹੀਂ ਆ। ਹੁਣ ਉਹ ਬੱਚੀ ਜਿਹੜੀ ਉੱਥੋਂ ਦੀ ਸਿਟੀਜ਼ਨ ਆ, ਉਹਦਾ ਬੋਰਨ ਉਧਰ ਦਾ ਵਾ, ਉਹਨੇ ਕੰਮ ਵੀ ਕਰਨਾ ਤੇ ਆਪਾਂ ਉਹਨੂੰ ਨਜ਼ਰਬੰਦ ਥੋੜੀ ਨਹੀਂ ਕਰ ਸਕਾਂਗੇ। ਪਰ ਇੱਕ ਚੈਨਲ ਦੇ ਇੰਟਰਵਿਊ 'ਚ ਬੀਬੀ ਜੀ ਹੁਣਾਂ ਨੇ ਕਿਹਾ ਸੀ ਕਿ ਜਿੰਨੀ ਦੇਰ ਤੱਕ ਭਾਈ ਸਾਹਿਬ ਇੱਥੇ ਵਾਪਸ ਨਹੀਂ ਆਉਂਦੇ ਉਨੀ ਦੇਰ ਤੱਕ ਪਿੰਡ ਰਹਿਣਗੇ ਤੇ ਘਰ ਛੱਡ ਕੇ। ਪਰ ਉਹਨਾਂ ਇਹ ਵੀ ਕਿਹਾ ਸੀ ਨਾ ਵੀ ਮੈਂ 180 ਦਿਨ ਰਹਿ ਸਕਦੀ ਆ, ਇਹ ਵੀ ਤਾਂ ਨਾਲ ਕਿਹਾ ਸੀ ਨਾ। ਤੇ ਹੁਣ ਵੇਖੋ ਇਸ ਵੇਲੇ ਡਿਸਟਰਬ ਆ, ਆਪਣੇ ਪੇਰੈਂਟਸ ਨੂੰ ਮਿਲ ਵੀ ਸਕਦੀ ਆ। ਉਹਦੇ ਪਤੀ ਤੇ ਵੇਖੋ ਨਹੀਂ ਲੱਭਦਾ ਪਿਆ ਤੇ ਉਹ ਆਪਣੇ ਮਾਪਿਓ ਨੂੰ ਵੀ ਮਿਲਣਾ ਚਾਹ ਸਕਦੀ। ਉਹ ਰੋਟੀ ਨਹੀਂ ਖਾਂਦੀ, ਜੋ ਸਾਨੂੰ ਪਤਾ ਵਾ ਕਿ ਕਿੰਨੀ ਦੇਰ ਤੋਂ ਤੁਸੀਂ ਉਹਨਾਂ ਦੇ ਨਾਲ ਅਟੈਚ? ਅਸੀਂ 4th ਮੰਥ ਹੋਏ ਆ।
ਹਾਂਜੀ ਹਾਂਜੀ ਕਿੰਨੀ ਕੁ ਸੰਗਤ ਹੋਰ ਆ ਰਹੀ ਹੈ? ਸੰਗਤ ਵੇਖੋ ਜਿੱਥੇ ਜਿੱਥੇ ਜਿਹਨੂੰ ਪਤਾ ਲੱਗਦਾ ਕਾਲ ਕਰਦੇ ਪਏ ਆਉਂਦੇ ਪਏ ਜੀ। ਤੁਹਾਡਾ ਕੀ ਹਾਂਜੀ ਨਾਮ ਹੈ ਜੀ? ਬਲਵਿੰਦਰ ਕੌਰ। ਇਹ ਕੰਮ ਕੀਤਾ ਵਾ ਸਰਕਾਰ ਨੇ, ਇੰਨੀ ਵੱਡੀ ਗਲਤੀ ਆ, ਪਰ ਉਸ ਬੱਚੀ ਦਾ ਵੇਖੋ ਕੀ ਦੋਸ਼ ਹੈਗਾ ਵਾ। ਕੋਈ ਦੋਸ਼ ਹੈਗਾ? ਤੁਸੀਂ ਵੀ ਮੀਡੀਆ ਵਾਲੇ ਹੋ, ਵੇਖੋ ਇਹੀ ਮੀਡੀਆ ਤੁਹਾਡਾ ਜਦੋਂ ਭਾਈ ਸਾਹਿਬ ਵਹੀਰ ਲੈ ਕੇ ਚੱਲਦੇ ਸੀ, ਪੁਲਿਸ ਵੀ ਨਾਲ ਹੁੰਦੀ ਸੀ, ਮੀਡੀਆ ਵੀ ਨਾਲ ਹੁੰਦਾ ਸੀ। ਅੱਜ ਉਹ ਕਿੱਡਾ ਵੱਡਾ ਦੇਸ਼ ਧਰੋਹੀ ਦਾ ਉਸ ਬੰਦੇ ਤੇ ਧੱਬਾ ਲੱਗ ਚੁੱਕਾ ਵਾ, ਤੇ ਕੀ ਉਸ ਬੱਚੀ ਦੀ ਕੀ ਗਲਤੀ ਹੈਗੀ ਆ? ਦੇਖੋ ਉਹਨਾਂ ਨੂੰ ਕਿਉਂ ਰੋਕਿਆ ਜਾ ਰਿਹਾ ਜੀ? ਅਸੀਂ ਖੁਦ ਇਸ ਚੀਜ਼ ਤੋਂ ਸ਼ਰਮ ਆਉਣੀ ਚਾਹੀਦੀ ਸਰਕਾਰ ਨੂੰ। ਉਸ ਬੱਚੀ ਦੀ ਕੀ ਗਲਤੀ ਹੈਗੀ ਆ? ਉਹਨੂੰ ਕਿਉਂ ਰੋਕਿਆ ਗਿਆ? ਤੁਹਾਡੀ ਲੱਗਦੇ ਜੀ ਅਸੀਂ ਵੇਖੋ ਜੀ, ਅਸੀਂ ਭਾਈ ਸਾਹਿਬ ਨੂੰ ਅਸੀਂ ਜਦੋਂ ਵੇਖੋ ਅਸੀਂ ਦਗਾ ਦੇਣ ਵਾਲੇ ਲੋਕ ਨਹੀਂ ਹੈਗੇ। ਅਸੀਂ ਜਦੋਂ ਉੱਥੇ ਅਮਲੀ ਬੱਚੇ ਛੱਡ ਕੇ ਆਉਂਦੇ ਸੀ ਨਾ, ਅੱਜ ਉਸ ਪਰਿਵਾਰ ਦੇ ਨਾਲ ਮੁਸੀਬਤ ਆਈ ਆ, ਤੇ ਅੱਜ ਅਸੀਂ ਉਹਨਾਂ ਦੇ ਨਾਲ ਬਿਲਕੁਲ ਖੜੇ ਹੈਗੇ ਆ। ਸਾਨੂੰ ਆਪਣੀ ਜਾਨ ਵੀ ਦੇਣੀ ਪਊਗੀ, ਤੇ ਅਸੀਂ ਉਸ ਪਰਿਵਾਰ ਦੇ ਨਾਲ ਹੈਗੇ ਆ, ਠੀਕ ਹੈ? ਕਿਉਂਕਿ ਅਸੀਂ ਭਾਈ ਅੰਮ੍ਰਿਤਪਾਲ ਦੇ ਸਮਰਥਕ ਆ। ਅਸੀਂ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਅੰਮ੍ਰਿਤ ਛਕਿਆ, ਪਲੱਸ ਕਿ ਅਸੀਂ ਉੱਥੇ ਜਿੰਨੇ ਵੀ ਬੱਚੇ ਛੱਡ ਕੇ ਆਏ ਆ ਉਹਨਾਂ ਨੇ ਨਸ਼ੇ ਛੱਡੇ ਆ, ਇਸ ਕਰਕੇ ਅਸੀਂ ਤੁਹਾਡੀ ਕੋਈ ਗੱਲਬਾਤ ਹੋਈ ਹੈ ਕਿਰਨਦੀਪ ਕੌਰ ਨੂੰ? ਨਹੀਂ, ਸਾਡੀ ਕਿਰਨਦੀਪ ਨਾਲ ਕੋਈ ਗੱਲ ਨਹੀਂ ਹੋਈ, ਤੁਹਾਨੂੰ ਕਿੱਦਾਂ ਪਤਾ ਲੱਗਾ ਕਿੱਥੇ ਰੁਕਿਆ ਗਿਆ? ਕਿਉਂਕਿ ਨਿਊਜ਼ ਤੇ ਅਸੀਂ ਪੜਿਆ ਹੁਣੇ ਹੀ। ਤੇ ਉਹਨਾਂ ਦੇ ਫਾਦਰ ਜਾਂ ਮਦਰ ਦੇ ਨਾਲ ਗੱਲਬਾਤ ਹੋਈ ਕੋਈ? ਨਹੀਂ, ਹੁਣ ਅਸੀਂ ਮਿਲਦੇ ਆ ਇੱਥੇ, ਉਹਨਾਂ ਨੂੰ ਆਏ ਹੋਏ ਨੇ। ਨਹੀਂ, ਕਿਰਨਦੀਪ ਨੂੰ ਕੌਣ ਛੱਡਣ ਆਇਆ ਸੀ ਇੱਥੇ? ਮੇਰੇ ਖਿਆਲ ਭਾਈ ਸਾਹਿਬ ਦੇ ਫਾਦਰ ਤੇ ਜਾਂ ਚਾਚਾ ਹੀ ਆਏ ਆ। ਸ਼ੋ ਛੱਡਣ ਆਇਆ? ਹਾਂਜੀ ਹਾਂਜੀ ਹਾਂਜੀ। ਫੋਨ ਤੇ ਤੁਹਾਡੀ ਗੱਲਬਾਤ ਹੋਈ ਹੈ? ਨਹੀਂ, ਸਾਡੀ ਕੋਈ ਨਹੀਂ ਗੱਲ ਹੋਈ, ਜਸਟ ਆਪਾਂ ਨਿਊਜ਼ ਤੋਂ ਵੇਖ ਕੇ ਤੇ ਫੇਰ ਆਏ ਆ। ਜਿਹੜੀ ਫਲੈਟ ਚੋਂ ਜਾਣਾ ਉਹ ਤੇ ਫਲੈਟ ਮਿਸ ਹੋ ਗਈ ਹਾਂਜੀ। ਕੀ ਲੱਗਦੇ ਜੀ? ਅਸੀਂ ਸਮਰਥਕ ਆ ਭਾਈ ਸਾਹਿਬ ਦੇ। ਸਮਰਥਕ ਹਾਂਜੀ ਕਿੰਨੇ ਹਾਂਜੀ। ਜਾਣੇ ਛੱਡਣ ਵਾਸਤੇ ਆਏ ਸੀ ਉਹਨਾਂ ਨੂੰ? ਛੱਡਣ ਵਾਲੇ ਤੇ ਜੋ ਸਾਨੂੰ ਜਿੰਨਾ ਕਿ ਜਾਣਕਾਰੀ ਆਈ ਹੈ ਕਿ 2 ਹੀ ਮੈਂਬਰ ਆਏ ਹੋਏ ਆ, ਜਿਹੜੇ ਡਿਟੇਨ ਕਰ ਦਿੱਤਾ ਵਾ ਪੁਲਿਸ ਨੇ। ਪਰ ਵੇਖੋ ਕਿੰਨੀ ਸ਼ਰਮ ਦੀ ਗੱਲ ਆ। ਤੁਸੀਂ ਕਿੰਨੇ ਜਣੇ ਇੱਥੇ ਆਏ ਜੇ ਸਮਰਥਨ ਦੇ ਵਿੱਚ? ਅਸੀਂ ਆਉਂਦੇ ਪਈ ਸੰਗਤ, ਹੋਰ ਵੀ ਆਉਂਦੇ ਪਏ ਹੋਰ ਕੀ ਵੀ। ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰੋਗੇ ਤੁਹਾਡੇ ਵੱਲੋਂ? ਨਹੀਂ ਕਰਾਂਗੇ, ਕਿ ਗਲਤ ਗੱਲ ਆ, ਵੇਖੋ ਬਹੁਤ ਜ਼ਿਆਦਾ ਗਲਤ ਗੱਲ ਹੈ, ਅਸੀਂ ਕਰਾਂਗੇ। ਹਾਂਜੀ ਕਰਾਂਗੇ। ਹਾਂਜੀ ਜਦੋਂ ਆਏ ਸੀ ਇਹਨਾਂ ਦੀ ਮਿਸੀ ਜਦੋਂ ਪਹੁੰਚੀ ਸੀ ਇੱਥੇ, ਤਾਂ ਪੁਲਿਸ ਵੱਲੋਂ ਕਿਹਾ ਜਾ ਰਿਹਾ ਸੀ ਪਹਿਲਾਂ ਮਿਲੇ ਸੀ ਤੁਸੀਂ? ਹਾਂ, ਨਹੀਂ, ਅਸੀਂ ਜਾਣਦੇ ਹੀ ਭਾਈ ਸਾਹਿਬ ਦੇ। ਹਾਂ, ਕਿਸ ਤਰ੍ਹਾਂ ਆ ਗਏ ਇੱਥੇ ਤੱਕ? ਕਿਹਾ ਜਾ ਰਿਹਾ ਸੀ ਕਿ ਪਹਿਲੇ ਨਜ਼ਰਬੰਦ ਕੀਤਾ ਹੋਇਆ ਸੀ, ਧਿਆਨ ਪੂਰਾ। ਨਹੀਂ, ਕੋਈ ਨਜ਼ਰਬੰਦ ਨਹੀਂ। ਉਹਨਾਂ ਨੂੰ ਕਲੀਨ ਚਿੱਟ ਮਿਲੀ ਹੈ ਘਰ ਦੇ ਵਿੱਚ। ਤੁਹਾਨੂੰ ਮੀਡੀਆ ਨੂੰ ਵੀ ਪਤਾ, ਉਹਨਾਂ ਦੇ ਘਰੋਂ ਫਸਟ ਡੇ ਜਿੱਦਣ ਹੋਈ ਆ, ਤਲਾਸ਼ੀ ਹੋਈ ਆ, ਪੁਲਿਸ ਨੇ ਆਪ ਉਹਨਾਂ ਨੂੰ ਕਲੀਨ ਚਿੱਟ ਦੇ ਕੇ ਆਏ ਆ। ਕੋਈ ਉਹਨਾਂ ਤੇ ਕੋਈ ਪਰਚਾ ਨਹੀਂ, ਕੁਛ ਨਹੀਂ ਆ। ਹੁਣ ਉਹ ਬੱਚੀ ਜਿਹੜੀ ਉੱਥੋਂ ਦੀ ਸਿਟੀਜ਼ਨ, ਉਹਦਾ ਬੋਰਨ ਉਧਰ ਦਾ ਵਾ, ਉਹਨੇ ਕੰਮ ਵੀ ਕਰਨਾ, ਤੇ ਆਪਾਂ ਉਹਨੂੰ ਨਜ਼ਰਬੰਦ ਥੋੜੀ ਨਹੀਂ ਕਰ ਸਕਾਂਗੇ। ਪਰ ਇੱਕ ਚੈਨਲ ਤੇ ਇੰਟਰਵਿਊ 'ਚ ਬੀਬੀ ਜੀ ਹੁਣਾਂ ਨੇ ਕਿਹਾ ਸੀ ਕਿ ਜਿੰਨੀ ਦੇਰ ਤੱਕ ਭਾਈ ਸਾਹਿਬ ਇੱਥੇ ਵਾਪਸ ਨਹੀਂ ਆਉਂਦੇ, ਉਨੀ ਦੇਰ ਤੱਕ ਪਿੰਡ ਰਹਿਣਗੇ ਤੇ ਘਰ ਛੱਡ ਕੇ। ਪਰ ਉਹਨਾਂ ਇਹ ਵੀ ਕਿਹਾ ਸੀ ਨਾ ਵੀ ਮੈਂ 180 ਦਿਨ ਰਹਿ ਸਕਦੀ ਆ, ਇਹ ਵੀ ਤਾਂ ਨਾਲ ਕਿਹਾ ਸੀ ਨਾ। ਤੇ ਹੁਣ ਵੇਖੋ ਇਸ ਵੇਲੇ ਡਿਸਟਰਬ ਆ, ਆਪਣੇ ਪੇਰੈਂਟਸ ਨੂੰ ਮਿਲ ਵੀ ਸਕਦੀ ਆ। ਉਹਦੇ ਪਤੀ ਤੇ ਵੇਖੋ ਨਹੀਂ ਲੱਭਦਾ ਪਿਆ, ਤੇ ਉਹ ਆਪਣੇ ਮਾਪਿਆਂ ਨੂੰ ਵੀ ਮਿਲਣਾ ਚਾਹ ਸਕਦੀ। ਉਹ ਰੋਟੀ ਨਹੀਂ ਖਾਂਦੀ, ਜੋ ਸਾਨੂੰ ਪਤਾ ਵਾ ਕਿ ਕਿੰਨੀ ਦੇਰ ਤੋਂ ਤੁਸੀਂ ਉਹਨਾਂ ਦੇ ਨਾਲ ਅਟੈਚ? ਅਸੀਂ 4th ਮੰਥ ਹੋਏ ਆ। ਹਾਂਜੀ ਹਾਂਜੀ। ਤੇ ਹੁਣ ਸੁਣ ਲੈਂਦੇ ਆ ਕਿ ਮਨਦੀਪ ਸਿੰਘ ਮੰਨਾ ਇਸ ਮਾਮਲੇ ਨੂੰ ਲੈ ਕੇ ਜਿਹੜੇ ਸਵਾਲ ਖੜੇ ਕਰ ਰਹੇ ਨੇ ਉਹ ਕੀ ਨੇ, ਇਹ ਤੁਹਾਨੂੰ ਸੁਣਾ ਦਿੰਦੇ ਆ। ਅਗਲਾ ਵੀਡੀਓ ਜਿਹੜਾ ਹੈ ਉਹ ਮਨਦੀਪ ਸਿੰਘ ਮੰਨਾ ਦਾ ਹੈ, ਜੋ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਸ਼ੇਅਰ ਕੀਤਾ ਹੈ। ਮੇਰੀ ਪੰਜਾਬ ਦੇ ਮੁੱਖ ਮੰਤਰੀ, ਡੀਜੀਪੀ ਪੰਜਾਬ ਤੇ ਕੇਂਦਰ ਦੀਆਂ ਜਿਹੜੀਆਂ ਏਜੰਸੀਜ਼ ਨੇ ਉਹਨਾਂ ਨੂੰ ਮੇਰੀ ਅਪੀਲ ਹੈ ਕਿ ਅੰਮ੍ਰਿਤਪਾਲ ਦੀ ਵਾਈਫ ਜਿਹੜੀ ਬ੍ਰਿਟਿਸ਼ ਸਿਟੀਜ਼ਨ ਸੀਗੀ, ਉਹਦਾ ਓਵਰਸਟੇ ਹੋਣ ਕਰਕੇ ਜੋ ਚੈਨਲਾਂ ਦੇ ਉੱਤੇ ਚੱਲ ਰਿਹਾ, ਉਹ ਵਾਪਸ ਜਿਹੜੀ ਉਹ ਇੰਗਲੈਂਡ ਚੱਲੀ ਸੀ। ਅੱਜ ਅੰਮ੍ਰਿਤਸਰ 에ਅਰਪੋਰਟ ਦੇ ਉੱਤੇ ਉਹਨੂੰ ਡਿਟੇਨ ਕਰ ਲਿਆ ਗਿਆ ਪੁੱਛਗਿੱਛ ਦੇ ਨਾਂ ਦੇ ਉੱਤੇ। ਸਵਾਲ ਇੱਕ ਛੋਟਾ ਜਿਹਾ ਇਹ ਹੈ ਕਿ ਜੇ ਉਹਦੇ ਕੋਲੋਂ ਪੁੱਛਗਿੱਛ ਕਰਨੀ ਸੀ ਤੇ ਇੰਨੇ ਦਿਨਾਂ ਤੋਂ ਘਰ ਹੀ ਸੀ ਆਪਣੇ, ਤੇ ਉਦੋਂ ਤੱਕ ਉਹਦੇ ਕੋਲੋਂ ਪੁੱਛਗਿੱਛ ਕਿਉਂ ਨਹੀਂ ਕੀਤੀ ਗਈ, ਜਾਂ ਤੁਹਾਡੀ ਪੁੱਛਗਿੱਛ ਮੁਕੰਮਲ ਕਿਉਂ ਨਹੀਂ ਹੋਈ? ਕਿਸੇ ਨੂੰ ਵੀ ਜਾਣ ਲੱਗਿਆਂ ਪਬਲਿਕ 'ਚ ਜਲੀਲ ਕਰਨਾ ਕਿੰਨਾ ਕੁ ਜਾਇਜ਼ ਹੈ? ਇਸ ਤੋਂ ਪਹਿਲਾਂ ਵੀ ਤੇ ਉਹ ਕਾਫੀ ਲੰਬੇ ਸਮੇਂ ਤੋਂ ਅੰਮ੍ਰਿਤਪਾਲ ਨੂੰ ਵੀ ਮੇਰੇ ਖਿਆਲ ਮਹੀਨਾ ਹੋ ਗਿਆ ਭਗੌੜਾ ਹੋਏ ਨੂੰ, ਉਸ ਤੋਂ ਪਹਿਲਾਂ ਉਹਦੀ ਪੁੱਛਗਿੱਛ ਕੀਤੀ ਜਾ ਸਕਦੀ ਸੀਗੀ। ਇਸ ਤਰੀਕੇ ਉੱਥੇ ਰੋਕਣਾ ਕਿੰਨਾ ਕੁ ਜਾਇਜ਼ ਹੈ? ਕੁਝ ਗੱਲਾਂ ਮੈਂ ਤੁਹਾਨੂੰ ਕਹਿਣੀਆਂ ਚਾਹੁੰਦਾ ਕਿ 10 ਫਰਵਰੀ ਨੂੰ ਉਹਦੀ ਸ਼ਾਦੀ ਹੁੰਦੀ ਆ, 10 ਫਰਵਰੀ ਨੂੰ ਉਹਦਾ ਵਿਆਹ ਹੁੰਦਾ ਅੰਮ੍ਰਿਤਪਾਲ ਦੇ ਨਾਲ। 18 ਮਾਰਚ ਨੂੰ ਉਹ ਭਗੌੜਾ ਹੋ ਜਾਂਦਾ ਵਾ, ਉਹ ਚਲੇ ਜਾਂਦਾ। ਪੰਜਾਬ ਪੁਲਿਸ ਕੇਂਦਰ ਦੀਆਂ ਏਜੰਸੀਆਂ ਉਹਦੇ ਪਿੱਛੇ ਲੱਗ ਜਾਂਦੀਆਂ, ਜਿਹੜਾ ਅਜੇ ਤੱਕ ਉਹਨਾਂ ਨੂੰ ਲੱਭਾ ਨਹੀਂ। 1 ਮਹੀਨਾ, ਕਰੀਬ 1 ਮਹੀਨਾ ਉਹਦੀ ਸ਼ਾਦੀ ਨੂੰ ਹੋਇਆ ਸੀਗਾ ਜਦੋਂ ਉਹ ਇਕੱਠੇ ਰਹੇ ਨੇ। 1 ਮਹੀਨੇ ਦੇ ਵਿੱਚ ਕਿਹੜੀ ਉਹਨੇ ਖਾਲਿਸਤਾਨ ਦੀ ਏਡੀ ਸਾਜ਼ਿਸ਼ ਕਰ ਦਿੱਤੀ, ਕਿਹੜੀ ਦੇਸ਼ ਵਿਰੋਧੀ ਉਹਨੇ ਨੀਤੀ ਘੜ ਦਿੱਤੀ, ਇਹ ਵੀ ਤੇ ਲੋਕਾਂ ਨੂੰ ਦੱਸਿਆ ਜਾਵੇ। ਨਾ ਉਹਦੀ ਕੋਈ ਸਟੇਟਮੈਂਟ ਹੈ, ਨਾ ਉਹਦੀ ਕੋਈ ਵੀਡੀਓ ਹੈ ਕਿ ਜਿਹਦੇ ਵਿੱਚ ਉਹ ਦੇਸ਼ ਧਰੋਹ ਦੇ ਤੇ NSA ਲੱਗਦਾ ਹੋਵੇ ਜਾਂ ਉਹਨੂੰ ਕਿਤੇ ਡਿਟੇਨ ਕੀਤਾ ਜਾਵੇ।
ਕੁਝ ਵੀ ਉਹਦਾ ਇਹੋ ਜਿਹਾ ਅਜੇ ਤੱਕ ਸਾਹਮਣੇ ਨਹੀਂ ਆਇਆ। ਇੱਕ ਗੱਲ ਮੈਂ ਕਹਿਣੀ ਚਾਹੁੰਦਾ ਵੀ ਕਿਤੇ ਵੀ ਇਹ ਮਰਦ ਪ੍ਰਧਾਨ ਦੇਸ਼ ਹੈ, ਇੱਥੇ ਹਰ ਜਗ੍ਹਾ ਦੇ ਉੱਤੇ ਮਰਦ ਹੀ ਪ੍ਰਧਾਨ ਹੈ। ਔਰ ਜਦੋਂ ਘਰ ਦਾ ਮੁਖੀ ਜ਼ਿੰਮੇਵਾਰ ਹੋਵੇ ਕਿਸੇ ਕੇਸ ਦੇ ਵਿੱਚ, ਚਾਹੇ ਉਹ ਕ੍ਰਿਮੀਨਲ ਹੋਵੇ, ਚਾਹੇ ਉਹ ਕਿਸੇ ਤਰੀਕੇ ਦਾ ਵੀ ਕੇਸ ਹੋਵੇ, ਤੇ ਉਹਦੇ ਵਿੱਚ ਪਰਿਵਾਰ ਦਾ ਕੀ ਕਸੂਰ ਹੁੰਦਾ, ਪਰਿਵਾਰ ਨੂੰ ਵਿੱਚ ਉਹਦੇ ਕਿਉਂ ਇਨਵੋਲਵ ਕਰ ਲਿਆ ਜਾਂਦਾ, ਚਾਹੇ ਉਹ ਕਿਸੇ ਦੀ ਵਾਈਫ ਹੈ, ਚਾਹੇ ਉਹ ਕਿਸੇ ਦੀ ਭੈਣ ਹੈ, ਚਾਹੇ ਉਹ ਕਿਸੇ ਦਾ ਬੱਚਾ ਹੈ। ਇਹ ਜਿਹੜੇ ਰਿਵਾਜ ਅਕਾਲੀ ਕਾਂਗਰਸੀਆਂ ਨੇ ਪਾਏ ਸੀਗੇ, ਉਹ ਵੀ ਲੋਕਾਂ ਦੇ ਉੱਤੇ ਪ੍ਰੈਸ਼ਰ ਬਣਾਉਣ ਲਈ, ਜਦੋਂ ਉਹਨਾਂ ਦੀ ਕੋਈ ਗੱਲ ਨਹੀਂ ਸੀ ਮੰਨਦਾ ਜਾਂ ਕਾਬੂ ਨਹੀਂ ਸੀ ਆਉਂਦਾ, ਤੇ ਉਹਨਾਂ ਦੇ ਬੱਚਿਆਂ ਦੇ ਉੱਤੇ ਪਰਚੇ ਦੇ ਦੇਣੇ, ਉਹਨਾਂ ਦੀਆਂ ਘਰ ਦੀਆਂ ਜਿਹੜੀਆਂ ਫੀਮੇਲ ਮੈਂਬਰ ਸੀਗੀਆਂ ਉਹਨਾਂ ਦੇ ਉੱਤੇ ਪਰਚੇ ਦੇ ਦੇਣੇ। ਮੇਰੇ ਹੀ ਅੰਮ੍ਰਿਤਪਾਲ ਦੇ ਨਾਲ ਕੋਈ ਹਮਦਰਦੀ ਨਹੀਂ ਹੈ, ਪਰ ਜਿਹੜੀ ਉਹਦੀ ਵਾਈਫ ਹੈ ਉਹ ਬਾਹਰਲੇ ਮੁਲਕ ਚੋਂ ਆਈ, ਉਹਨੇ ਉਹਦੇ ਨਾਲ ਵਿਆਹ ਕਰਾ ਲਿਆ, ਉਹ ਸਾਡੀਆਂ ਬੱਚੀਆਂ ਵਰਗੀ ਹੈ, ਭੈਣਾਂ ਵਰਗੀ ਹੈ। ਔਰਤ ਦੀ ਇੱਜ਼ਤ ਜਿਹੜੀ ਉਹ ਸਰਕਾਰ ਨੂੰ ਕਰਨੀ ਚਾਹੀਦੀ ਹੈ। ਸੋ ਮੇਰੀ ਅਪੀਲ ਹੈ ਕਿ ਬਿਨਾਂ ਕਿਸੇ ਠੋਸ ਸਬੂਤ ਤੋਂ ਅੰਮ੍ਰਿਤਪਾਲ ਕੀ ਕਿਸੇ ਦੇ ਵੀ ਪਰਿਵਾਰ ਦੇ ਜੀ ਨੂੰ, ਖਾਸ ਕਰਕੇ ਜਿੱਥੇ ਫੀਮੇਲ ਆ ਜਾਵੇ, ਉਹਨੂੰ ਤੰਗ ਹੀ ਨਹੀਂ ਕਰਨਾ ਚਾਹੀਦਾ, ਕਿਸੇ ਬੱਚੀ ਨੂੰ, ਕਿਸੇ ਔਰਤ ਨੂੰ, ਕਿਸੇ ਮਤਲਬ ਧੀ ਭੈਣ ਨੂੰ। ਸੋ ਮੇਰੀ ਅੰਮ੍ਰਿਤਪਾਲ ਨੂੰ ਵੀ ਬੇਨਤੀ ਆ ਵੀ ਇੰਨੀ ਖੱਜਲ ਖੁਆਰੀ ਪਰਿਵਾਰ ਦੀ ਵੀ ਹੋਣ ਡਈ ਆ, ਤੇ ਤੂੰ ਵੀ ਵੀਰ ਸਰੈਂਡਰ ਕਰ। ਕੀ ਤੈਨੂੰ ਹੁਣ ਮਤਲਬ ਇੱਥੇ ਕੋਈ ਗੋਲੀ ਮਾਰ ਦੂਗਾ, ਵੱਧ ਤੋਂ ਵੱਧ ਤੈਨੂੰ ਜੇਲ੍ਹ ਦੇ ਵਿੱਚ ਭੇਜ ਦੇਣਗੇ, ਸਾਲ 2 ਸਾਲ ਜਿੰਨਾ ਚਿਰ ਤੇਰਾ ਲੱਗੂ ਜੇਲ੍ਹ ਦੇ ਵਿੱਚ ਲੱਗੂ। ਤੇਰੇ ਪਰਿਵਾਰਕ ਮੈਂਬਰ ਵੀ ਇਹਦੇ ਵਿੱਚ ਇਨਵੋਲਵ ਹੋ ਰਹੇ ਆ। ਔਰ ਦੁੱਖ ਕੀ ਲੱਗਦਾ, ਅੱਜ ਕਈ ਚੈਨਲਸ ਦੇ ਉੱਤੇ ਜਦੋਂ ਉਹਨੂੰ ਰੋਕਿਆ ਗਿਆ, ਉਹਦੇ ਉੱਤੇ ਚੈਨਲਾਂ ਦੇ ਉੱਤੇ ਟੈਗਲਾਈਨ ਚਲਾਉਣੀ ਸ਼ੁਰੂ ਕਰ ਦਿੱਤੀ ਕਿ ਅੰਮ੍ਰਿਤਸਰ ਤੋਂ ਲੰਡਨ ਭੱਜਣ ਦੀ ਫਰਾਕ ਸੀਗੀ ਅੰਮ੍ਰਿਤਪਾਲ ਦੀ ਘਰ ਵਾਲੀ। ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਚੈਨਲ ਵਾਲਿਆਂ ਨੂੰ ਵੀ ਕਿ ਅੱਗੇ ਜਦੋਂ ਅੰਮ੍ਰਿਤਪਾਲ ਇੱਥੇ ਸੀਗਾ ਉਦੋਂ ਭਾਈ ਸਾਹਿਬ ਕਹਿ ਕੇ ਭੂਏ ਵੀ ਤੁਸੀਂ ਚੜਾਇਆ ਸੀਗਾ, ਅੱਜ ਉਹ ਭੱਜਣ ਦੀ ਫਰਾਕ ਸੀਗੀ। ਏਅਰਪੋਰਟ ਤੇ ਗਈ ਹੈ, ਉੱਥੇ ਚੈੱਕ ਪੋਸਟਾਂ ਨੇ, ਉੱਥੇ ਏਜੰਸੀਜ਼ ਨੇ ਸਾਰੀਆਂ ਕੰਮ ਕਰਦੀਆਂ, ਜਿਨ੍ਹਾਂ ਉਹਨੂੰ ਰੋਕ ਲਿਆ। ਉਹ ਕੋਈ ਡੌਂਕੀ ਲਾ ਕੇ ਚੱਲੀ ਸੀਗੀ, ਮਤਲਬ ਵੀ ਉਹ ਭੱਜਣ ਦੀ ਫਰਾਕ ਦੇ ਵਿੱਚ ਸੀਗਾ। ਸੋ ਖਬਰਾਂ ਨੂੰ ਇੰਨਾ ਸਨਸਨੀਖੇਜ ਨਾ ਬਣਾਇਆ ਜਾਵੇ। ਦੂਜੀ ਮੇਰੀ ਫਿਰ ਮੈਂ ਇਸ ਮਸਲੇ ਨੂੰ ਕੋਈ ਬਹੁਤਾ ਤੂਲ ਨਹੀਂ ਦੇਣਾ ਚਾਹੁੰਦਾ। ਜਿੱਥੇ ਮਤਲਬ ਨਹੀਂ ਠੀਕ ਲੱਗਦਾ, ਉੱਥੇ ਜਿੱਥੇ ਸਰਕਾਰ ਚੰਗਾ ਕੰਮ ਕਰਦੀ ਉਹਦੀ ਪ੍ਰੇਜ਼ ਵੀ ਕਰੀਦੀ ਆ, ਚਾਹੇ ਉਹ ਅੰਮ੍ਰਿਤਪਾਲ ਦੇ ਉੱਤੇ ਜਿਹੜਾ ਐਕਸ਼ਨ ਲਿਆ ਸੀਗਾ। ਦੂਜਾ ਜਿੱਥੇ ਨਹੀਂ ਠੀਕ ਲੱਗਦਾ ਉਹਦੇ ਖਿਲਾਫ ਮਤਲਬ ਬੋਲਦਾ ਵੀ ਜ਼ਰੂਰ ਆ। ਮੇਰੀ ਇੱਕ ਅਪੀਲ ਹੈ ਕਿ ਜੇ ਉਹਦੀ ਵਾਈਫ ਦੇ ਖਿਲਾਫ ਕੋਈ ਠੋਸ ਸਬੂਤ ਨਹੀਂ, ਪਹਿਲੀ ਗੱਲ ਜੇ ਠੋਸ ਸਬੂਤ ਹੁੰਦੇ ਤੇ ਫਿਰ ਉਹ 1 ਮਹੀਨੇ ਤੋਂ ਇੱਥੇ ਸੀਗੀ, ਹੁਣ ਤੱਕ ਤੁਹਾਨੂੰ ਮਤਲਬ ਕੋਈ ਐਕਸ਼ਨ ਲੈਣਾ ਚਾਹੀਦਾ ਸੀਗਾ। ਇਸ ਤਰੀਕੇ ਕਿਸੇ ਨੂੰ ਜਲੀਲ ਕਰਨਾ ਜਾਂ ਇਸ ਤਰੀਕੇ ਉਸ ਬੰਦੇ ਦੇ ਉੱਤੇ ਪ੍ਰੈਸ਼ਰ ਬਣਾਉਣਾ, ਮੈਂ ਇਹਨੂੰ ਕੋਈ ਜਾਇਜ਼ ਜਾਂ ਮਰਦਾਂ ਵਾਲਾ ਕੰਮ ਨਹੀਂ ਗਿਣਦਾ। ਸੋ ਮੇਰੀ ਤੁਹਾਨੂੰ ਅਪੀਲ ਹੈ ਕਿ ਇਹਦੀ ਗ੍ਰਿਫਤਾਰੀ ਨੂੰ ਲੈ ਕੇ ਤੇ ਗਰੇਜ ਕੀਤਾ ਜਾਵੇ, ਕੋਈ ਫੀਮੇਲ ਮੈਂਬਰਾਂ ਨੂੰ, ਪਰਿਵਾਰਕ ਮੈਂਬਰਾਂ ਨੂੰ ਨਾ ਤੰਗ ਕੀਤਾ ਜਾਵੇ। ਇੰਨੀ ਕੁ ਮੇਰੀ ਅਪੀਲ ਹੈ ਕਿ ਸੋਚ ਸਮਝ ਤੋਂ ਕੰਮ ਲਿਆ ਜਾਵੇ, ਤਾਂ ਜੋ ਲੋਕਾਂ ਦੇ ਵਿੱਚ ਤੁਹਾਡੀ ਇੱਜ਼ਤ ਜਿਹੜੀ ਬਣੀ ਹੈ ਉਹ ਬਣੀ ਰਵੇ, ਉਹਦੇ ਤੋਂ ਲੋਕ ਮੁਨਕਰ ਨਾ ਹੋ ਜਾਣ, ਤੁਹਾਡੇ ਦੁਆਲੇ ਨਾ ਹੋ ਜਾਣ। ਸੋ ਮੈਂ ਅਖੀਰ 'ਚ 2 ਲੈਣਾ ਕਹਿ ਕੇ ਸਾਰੀ ਸਰਕਾਰ ਨੂੰ, ਇਸ ਵਿੱਚੇ ਚੈਨਲ ਵਾਲੇ ਤੇ ਵਿੱਚੇ ਸਰਕਾਰ ਨੂੰ ਕਿ ਸਮਾਪਤੀ ਕਰਨ ਲੱਗਾ कि तूफानों से आंख मिलाओ, सैलाबों पर वार करो। तूफानों से आंख मिलाओ, सैलाबों पर वार करो, मलाहों का चक्कर छोड़ो, तैर कर दरिया पार करो।